ਸਤਿ ਸ਼੍ਰੀ ਅਕਾਲ ਸਾਰੇ ਬੱਚਿਆਂ ਨੂੰ। ਅੱਜ ਆਪਾਂ ਕਰਨ ਜਾ ਰਹੇ ਹਾਂ ਜਮਾਤ 10ਵੀਂ ਦੀ ਵੰਨਗੀ ਦੀ ਪੁਸਤਕ ਦੇ ਵਿੱਚ ਦਰਜ ਕਹਾਣੀ ਭਾਗ ਦੇ ਵਿੱਚੋਂ ਪਹਿਲੀ ਕਹਾਣੀ, ਠੀਕ ਹੈ, ਜਿਸ ਦਾ ਨਾਮ ਹੈ ਕੁਲਫੀ। ਆਪਾਂ ਸਟਾਰਟ ਕਰਦੇ ਹਾਂ, ਆਪਾਂ ਇਹਨੂੰ ਰੀਡ ਕਰਦੇ ਹਾਂ। ਕੁਲਫੀ ਕਹਾਣੀ ਕਿਹਨਾਂ ਦੀ ਲਿਖੀ ਹੋਈ ਹੈ? ਸੁਜਾਨ ਸਿੰਘ ਜੀ ਦੀ ਲਿਖੀ ਹੋਈ ਹੈ, ਠੀਕ ਹੈ। ਇਹਦੇ ਵਿੱਚ ਆਪਾਂ ਪੜ੍ਹਦੇ ਹਾਂ, ਫਿਰ ਇਹਨੂੰ ਦੇਖਾਂਗੇ ਵੀ ਇਹਦੇ ਵਿੱਚ ਕਿਹਾ ਕੀ ਆ। ਮਹੀਨਾ ਮੁੱਕਣ 'ਤੇ ਸੀ, ਪਰ ਮੁੱਕਣ ਵਿੱਚ ਨਹੀਂ ਸੀ ਆਉਂਦਾ। ਸੋਚ ਰਿਹਾ ਸਾਂ ਮਹੀਨੇ ਦੇ ਪਹਿਲੇ ਅੱਧ ਦੇ 15 ਦਿਨ ਕਿਵੇਂ ਝੱਟ-ਪੱਟ ਮੁੱਕ ਜਾਂਦੇ ਹਨ ਅਤੇ ਤਨਖਾਹ ਵੀ ਉਹਨਾਂ 15 ਦਿਨਾਂ ਦੇ ਨਾਲ ਹੀ ਕਿਵੇਂ ਉੱਡ-ਪੁੱਡ ਜਾਂਦੀ ਹੈ। ਮੈਨੂੰ ਪੱਠੇ ਦੀ ਸੱਫ ਚੁੱਭ ਰਹੀ ਸੀ। ਪਾਸਾ ਵੱਟ ਕੇ ਪੱਠੇ 'ਤੇ ਪਿੱਠ 'ਤੇ ਹੱਥ ਫੇਰਿਆ ਤਾਂ ਸੱਫ ਦੀਆਂ ਪਿੜੀਆਂ ਪਿੰਡੇ ਵਿੱਚ ਖੁੱਭੀਆਂ ਹੋਈਆਂ ਸਨ। ਮਲਾਈ ਵਾਲੀ ਕੁਲਫੀ, ਠੰਡੀ ਠਾਰ ਆਵਾਜ਼ ਵਿੱਚ ਕੁਲਫੀ ਵਾਲੇ ਨੇ ਹੋਕਾ ਦਿੱਤਾ। ਉਸਦੀ ਆਵਾਜ਼ ਕਿੰਨਾ ਚਿਰ ਮੇਰੇ ਕੰਨਾਂ ਵਿੱਚ ਗੂੰਜਦੀ ਰਹੀ। ਚਿੱਟੀ ਦੁੱਧ ਕੁਲਫੀ ਸਾਕਾਰ ਮੇਰੀਆਂ ਅੱਖਾਂ ਸਾਹਮਣੇ ਨੱਚਣ ਲੱਗੀ। ਮੇਰੇ ਮੂੰਹ ਵਿੱਚ ਪਾਣੀ ਆ ਗਿਆ, ਪਰ ਮੈਂ ਬੇਵੱਸ ਸਾਂ। ਪੈਸੇ ਦੀ ਤੰਗੀ ਹਵਾਲਾਤ ਦੀ ਤੰਗੀ ਤੋਂ ਵੀ ਭੈੜੀ ਹੁੰਦੀ ਹੈ। ਹਵਾਲਾਤ ਦੀ ਤੰਗੀ ਮਤਲਬ ਕਿ ਜੇਲ੍ਹ ਦੀ ਤੰਗੀ ਤੋਂ ਵੀ ਭੈੜੀ, ਮਤਲਬ ਜੇਲ੍ਹ ਕੱਟਣ ਤੋਂ ਵੀ ਭੈੜੀ ਹੁੰਦੀ ਹੈ। ਮੇਰੀ ਦੁਪਹਿਰ ਮਗਰੋਂ ਦੀ ਨੀਂਦ ਹਾਲੀ ਪੂਰੀ ਨਹੀਂ ਸੀ ਹੋਈ ਕਿ ਮੇਰੇ ਛੋਟੇ ਕਾਕੇ ਨੇ ਹਲੂਣ ਕੇ ਜਗਾ ਹੀ ਦਿੱਤਾ। ਹਲੂਣ ਕੇ ਮਤਲਬ ਹਿਲਾ ਕੇ। ਮੈਂ ਖਿਝਿਆ ਹੋਇਆ ਸਾਂ, ਪਰ ਕਾਕੇ ਦੀ ਤੋਤਲੀ ਆਵਾਜ਼ ਨੇ ਮੈਨੂੰ ਸ਼ਾਂਤ ਕਰ ਦਿੱਤਾ। ਕਾਕਾ ਕੀ ਅੱਗੋਂ ਕਹਿੰਦਾ ਆਪਣੇ ਪਿਤਾ ਜੀ ਨੂੰ, ਕੀ ਕਹਿੰਦਾ? ਦਾਦੀ ਕਿੰਨੀਆਂ ਆਜਾਂ ਮਾਰੀਆਂ, ਜਾਗਦੇ ਹੀ ਨਹੀਂ ਤੁਸੀਂ। ਅੱਗੋਂ ਉਹਦਾ ਪਿਓ ਕੀ ਕਹਿੰਦਾ ਕਾਕੇ ਦਾ? ਹਾਂ ਤੂੰ ਕੀ ਕਹਿਣਾ, ਦੱਸ ਵੀ। ਮੈਂ ਕੁਝ ਕਾਹਲੇ ਪੈ ਕੇ ਪੁੱਛਿਆ। ਕਾਕਾ ਕਹਿੰਦਾ, ਇੱਕ ਤੱਕਾ ਦਿਓ ਦਾਦੀ। ਤੱਕਾ ਇੱਥੇ ਮਤਲਬ ਕਿ ਟੱਕਾ, ਉਹ ਤੋਤਲੀ ਆਵਾਜ਼ 'ਚ ਬੋਲ ਰਿਹਾ, ਇਸ ਕਰਕੇ ਤੱਕਾ, ਠੀਕ ਆ। ਉਹਦਾ ਪਿਤਾ ਜੀ ਕੀ ਕਹਿੰਦੇ ਆ? ਪਰ ਟੱਕਾ ਮੇਰੇ ਕੋਲ ਹੈ ਨਹੀਂ ਸੀ। ਮੇਰੇ ਕੋਲ ਅੱਜ ਕੁਝ ਵੀ ਨਹੀਂ ਸੀ। ਜੂਨ ਦੀ 26 ਤਾਰੀਖ ਸੀ। ਘਰ ਦਾ ਖਰਚ ਬਾਜ਼ਾਰ ਦੀ ਸਾਖ ਦੀ ਉਧਾਰ 'ਤੇ ਮਸੀਂ ਹੀ ਤੁਰ ਰਿਹਾ ਸੀ। ਬਾਜ਼ਾਰ ਦੀ ਸਾਖ ਦੀ ਉਧਾਰ 'ਤੇ ਮਤਲਬ ਕਿ ਉਧਾਰ ਲੈ ਕੇ ਪਹਿਲਾਂ ਹੀ ਖਾ ਰਿਹਾ ਸੀ। ਘਰ ਦਾ ਖਰਚਾ ਮਸੀਂ ਕੱਢ ਰਿਹਾ ਸੀ। ਕਾਕਾ ਅੱਗੋਂ ਕੀ ਕਹਿੰਦਾ? ਤੱਕਾ ਦੇ ਵੀ ਦਿਓ ਨਾ ਦਾਦੀ। ਮਤਲਬ ਫਿਰ ਪੈਸੇ ਮੰਗ ਰਿਹਾ। ਬਾਹਰ ਮੁਰਮਰੇ ਵਾਲਾ ਉੱਚੀ ਸਾਡੇ ਬੂਹੇ ਅੱਗੇ ਹੋਕੇ ਦੇ ਰਿਹਾ ਸੀ। ਕੋਈ ਜਵਾਬ ਸੋਚਣ ਵਾਸਤੇ ਸਮਾਂ ਕੱਢਣ ਲਈ ਮੈਂ ਕਿਹਾ, ਕਾਕਾ ਤੂੰ ਟੱਕਾ ਕੀ ਕਰਨਾ ਹੈ? ਕਾਕਾ ਅੱਗੇ ਕੀ ਕਹਿੰਦਾ? ਖੱਚਨੇ ਮੈਂ ਤੱਕਾ, ਹੋਰ ਕੀ ਕਰੀਦਾ ਤੱਕੇ ਨੂੰ। ਅੱਗੋਂ ਉਸਦਾ ਪਿਤਾ ਕੀ ਕਹਿੰਦਾ ਹੈ? ਮੈਨੂੰ ਪਤਾ ਹੈ, ਪਹਿਲੇ ਜੰਗ ਤੋਂ ਮਗਰੋਂ ਜਦੋਂ ਬੜੀ ਮਹਿੰਗਾਈ ਹੋ ਗਈ ਸੀ, ਸਾਨੂੰ ਧੇਲਾ ਖਰਚਣ ਨੂੰ ਮਿਲਦਾ ਸੀ ਅਤੇ ਧੇਲੇ ਦੀ ਮਸੰਦੀ ਰਾਮ ਤੋਂ ਲਿਆਂਦੇ ਹੋਏ ਛੋਲੇ ਮੁੱਕਣ ਵਿੱਚ ਹੀ ਨਾ ਸਨ ਆਉਂਦੇ। ਹੁਣ ਆਨੇ ਦੇ ਵੀ ਓਨੇ ਛੋਲੇ ਨਹੀਂ ਸਨ ਮਿਲ ਸਕਦੇ। ਮੇਰੀ ਆਮਦਨ ਮੇਰੇ ਪਿਤਾ ਜੀ ਦੀ ਆਮਦਨ ਦੇ ਪਾਸਕ ਵੀ ਨਹੀਂ ਸੀ। ਹਾਲਾਂਕਿ ਮੇਰੀ ਪੜ੍ਹਾਈ ਮੇਰੇ ਪਿਤਾ ਜੀ ਤੋਂ ਕਈ ਗੁਣਾ ਵੱਧ ਸੀ। ਮੈਂ ਦੁਨੀਆ ਦੀ ਆਰਥਿਕ ਦਸ਼ਾ ਅਤੇ ਇਸ ਦਸ਼ਾ ਨੂੰ ਬਣਾਉਣ ਤੇ ਕਾਇਮ ਰੱਖਣ ਵਾਲੇ ਧਨ ਕੁਬੇਰਾਂ ਤੇ ਵਿਚਾਰ ਕਰਨ ਲੱਗਾ। ਬਾਹਰੋਂ ਫੇਰ ਮੁਰਮਰਾ ਛੋਲੇ ਦਾ ਹੋਕਾ ਗੂੰਜਿਆ ਤੇ ਨਾਲ ਹੀ ਕਾਕੇ ਆਖਿਆ, ਤੱਕਾ ਦੇ ਵੀ ਦਿਓ ਨਾ ਦਾਦੀ। ਤੱਕਾ ਭੈੜਾ ਹੁੰਦਾ ਹੈ। ਮੈਂ ਹਾਲਾਤ ਤੋਂ ਪੈਦਾ ਹੋਈ ਬਦਹਵਾਸੀ ਜਹੀ ਵਿੱਚ ਕਿਹਾ। ਮਤਲਬ ਕਿ ਉਹਦੇ ਪਿਤਾ ਕਹਿ ਰਿਹਾ ਵਾ ਉਹਨੂੰ ਟਾਲਣ ਲਈ ਕਿ ਤੱਕਾ ਭੈੜਾ ਹੁੰਦਾ ਹੈ। ਅੱਗੋਂ ਤੱਕਾ ਵੀ ਕਦੇ ਭੈੜਾ ਹੁੰਦਾ ਹੈ ਦਾਦੀ। ਤੱਕੇ ਦਾ ਮੁਰਮਰਾ ਆਉਂਦਾ ਹੈ। ਉਹਨਾਂ ਦਾ ਜਿਹੜਾ ਕਾਕਾ ਉਹਦਾ ਮੁੰਡਾ ਕਹਿੰਦਾ, ਠੀਕ ਹੈ। ਕਾਕਾ ਕਹਿੰਦਾ ਮਤਲਬ ਮੁਰਮਰਾ ਭੈੜਾ ਹੁੰਦਾ ਹੈ। ਮੈਂ ਆਖਿਆ ਤੇ ਬਾਕੀ ਗੱਲ ਹਾਲੇ ਮੇਰੇ ਮੂੰਹ ਵਿੱਚ ਹੀ ਸੀ ਕਿ ਕਾਕੇ ਨੇ ਕਿਹਾ, ਮੁਰਮਰਾ ਤਾਂ ਮਿੱਠਾ ਹੁੰਦਾ ਹੈ। ਇਸ ਦਲੀਲ ਦਾ ਮੇਰੇ ਕੋਲ ਕੋਈ ਉੱਤਰ ਨਹੀਂ ਸੀ। ਮੈਂ ਵੀ ਮਿੱਠੇ ਦਾ ਹੀ ਲੋਭੀ ਸਾਂ, ਪਰ ਫਿਰ ਵੀ ਮੈਂ ਆਪਣੀ ਫੋਕੀ ਹਿਕਮਤ ਜਗਾਉਂਦਿਆਂ ਕਿਹਾ, ਮੁਰਮਰੇ ਨਾਲ ਖੰਘ ਲੱਗ ਜਾਂਦੀ ਹੈ ਬੱਚੂ, ਤੁਸੀਂ ਤੱਕਾ ਦੇ। ਕਾਕਾ ਅੱਗੋਂ ਕਹਿੰਦਾ, ਤੁਸੀਂ ਤੱਕਾ ਦੇ ਦਿਓ, ਮੈਨੂੰ ਨਹੀਂ ਲੱਗਦੀ ਖੰਘ, ਠੀਕ ਆ। ਅੱਗੇ ਨੈਕਸਟ 'ਚ ਦੇਖਦੇ ਹਾਂ। ਮੁੰਡਾ ਮੱਛਰ ਦਾ ਜਾਪਦਾ ਸੀ। ਮੱਛਰ ਦਾ ਮਤਲਬ ਸ਼ਰਾਰਤ, ਮਤਲਬ ਕਿ ਉਹਨਾਂ ਨੂੰ ਲੱਗ ਰਿਹਾ ਸੀ ਵੀ ਹੁਣ ਇਹਨੇ ਪੈਸੇ ਲੈ ਕੇ ਹੀ ਹਟਣਾ, ਠੀਕ ਹੈ। ਸ਼ਰਾਰਤੀ ਸੀ। ਟੱਕਾ ਮੇਰੇ ਕੋਲ ਹੈ ਨਹੀਂ ਸੀ। ਮੈਂ ਕਾਕੇ ਨੂੰ ਟਾਲਣ ਲਈ ਉਸਨੂੰ ਪਤਾ ਨਹੀਂ ਕਿਉਂ ਕਹਿ ਦਿੱਤਾ। ਖਬਰੇ ਵੱਡਾ ਲੋਭ ਦੇਖ ਕੇ ਲੁਭਾਉਣ ਲਈ ਕਿਹਾ, ਮੁਰਮਰਾ ਗੰਦਾ ਹੁੰਦਾ, ਅਸੀਂ ਸ਼ਾਮੀ ਬਾਜ਼ਾਰੋਂ ਕੁਲਫੀ ਖਾਵਾਂਗੇ। ਉਹਨੇ ਮਤਲਬ ਉਹਨੂੰ ਟਾਲਣ ਲਈ ਕਹਿ ਦਿੱਤਾ ਕਿ ਆਪਾਂ ਹੁਣ ਕੁਛ ਮਤਲਬ ਮੁਰਮਰਾ ਨਹੀਂ ਖਾਣਾ, ਕੱਲ੍ਹ ਨੂੰ ਬਾਜ਼ਾਰ ਦੇ ਵਿੱਚੋਂ ਕੁਲਫੀ ਖਾਵਾਂਗੇ। ਮੁਰਮਰੇ ਛੋਲੇ ਵਾਲਾ ਹੁਣ ਤੱਕ ਟਲ ਚੁੱਕਾ ਸੀ। ਕਾਕਾ ਜੀ ਮੇਰੀ ਆਸ ਤੋਂ ਉਲਟ ਸ਼ਾਮੀ ਕੁਲਫੀ ਖਾਣ ਲਈ ਮੰਨ ਗਏ। ਮੈਂ ਸਮਝਿਆ ਬਲਾ ਟਲੀ। ਮੈਂ ਸੋਚਿਆ ਕਿਤੇ ਕੋਈ ਹੋਰ ਛਾਬੜੀ ਵਾਲਾ ਨਾ ਆ ਜਾਵੇ।
ਸੋ ਮੈਂ ਕੱਪੜੇ ਪਾ ਕੇ ਕੜਕਦੀ ਧੁੱਪ ਵਿੱਚ ਬਾਹਰ ਨਿਕਲ ਗਿਆ ਅਤੇ ਸੜਕਾਂ 'ਤੇ ਸਮਾਂ ਕਤਲ ਕਰਨ ਲੱਗਾ ਮਤਲਬ ਕਿ ਉਹ ਉਹਨੂੰ ਝੂਠਾ ਮਤਲਬ ਲਾਰਾ ਲਗਾ ਕੇ ਉਹਨੂੰ ਚਲਾ ਗਿਆ। ਮਤਲਬ ਉਹ ਡਰਦਾ ਮਾਰਾ ਕਿ ਕਾਕਾ ਫੇਰ ਕੁਝ ਮੰਗਣ ਨਾ ਲੱਗ ਜੇ, ਕੋਈ ਭਾਈ ਨਾ ਆ ਜਾਏ ਗਲੀ ਦੇ ਵਿੱਚ, ਅਤੇ ਇਸ ਕਰਕੇ ਉਹ ਸੜਕਾਂ 'ਤੇ ਨਿਕਲ ਗਿਆ ਧੁੱਪ ਦੇ ਵਿੱਚ ਅਤੇ ਆਪਣਾ ਸਮਾਂ ਜਿਹੜਾ ਉਹ ਬਰਬਾਦ ਕਰਨ ਲੱਗਾ। ਕੀਮਤੀ ਸਮਾਂ ਮੈਂ 1 ਟਕੇ ਦੀ ਮੰਗ ਤੋਂ ਬਚਣ ਲਈ ਨਾਸ਼ ਕਰ ਦਿੱਤਾ। ਮੈਂ ਆਪਣੇ ਮਾਲਕ ਨੂੰ ਕਿਉਂ ਨਹੀਂ ਕਹਿੰਦਾ ਕਿ ਹੁਣ ਉਹ ਆਪਣੇ ਆਪ ਨਾਲ ਗੱਲਾਂ ਕਰ ਰਿਹਾ ਹੈ। ਮੈਂ ਆਪਣੇ ਮਾਲਕ ਨੂੰ ਕਿਉਂ ਨਹੀਂ ਕਹਿੰਦਾ ਕਿ ਮੇਰਾ ਇੰਨੇ ਵਿੱਚ ਗੁਜ਼ਾਰਾ ਨਹੀਂ ਹੁੰਦਾ। ਪਰ ਸੁਣੇਗਾ ਕੌਣ? ਇਕੱਲੇ ਦੀ ਆਵਾਜ਼ ਭਾਵੇਂ ਕਿੱਡੀ ਉੱਚੀ ਹੋਵੇ ਸੁਣੀ ਨਹੀਂ ਜਾਂਦੀ। ਲੋੜਵੰਦ ਇਕੱਠੇ ਹੋ ਨਹੀਂ ਸਕਦੇ, ਜੇ ਹੋ ਜਾਣ ਤਾਂ ਰਹਿਣ ਨਹੀਂ ਦਿੱਤੇ ਜਾਂਦੇ, ਤਾਂ ਜੋ ਇਕੱਠੀ ਮੰਗ ਨਾ ਕਰਨ। ਮੰਗ ਕੀਤਿਆਂ ਕਈ ਵਾਰੀ ਨੌਕਰੀ ਨੂੰ ਜਵਾਬ ਦੇਣਾ ਪੈ ਜਾਂਦਾ ਹੈ। ਮੈਂ ਡਰ ਗਿਆ। ਬੇਰੁਜ਼ਗਾਰੀ ਦੇ ਭਿਆਨਕ ਭਵਿੱਖ ਨੂੰ ਮੈਨੂੰ ਕੰਬਾ ਕੇ ਰੱਖ ਦਿੱਤਾ। ਕਾਇਰਾਂ ਵਾਂਗ ਮੈਂ ਸਦਾ ਤੋਂ ਚੁੱਪ ਰਿਹਾ ਸਾਂ ਤੇ ਹੁਣ ਵੀ ਚੁੱਪ ਰਹਿਣ ਦਾ ਫੈਸਲਾ ਕੀਤਾ। ਸ਼ਾਮੀ ਇਹ ਸਮਝ ਕੇ ਕਿ ਕਾਕਾ ਛੇਤੀ ਸੌ ਜਾਂਦਾ ਹੈ, ਮੈਂ ਦੱਬੀ ਪੈਰੀ ਘਰ ਪਹੁੰਚਿਆ। ਆਵਾਜ਼ ਨਾ ਮਾਰੀ, ਕੇਵਲ ਕੁੰਡਾ ਹੀ ਖੜਕਾਇਆ। ਉੱਤੋਂ ਹੀ ਆਵਾਜ਼ ਆਈ, ਦਾਜੀ ਆਇਆ ਜੇ। ਤੇ ਥੋੜ੍ਹੇ ਚਿਰ ਮਗਰੋਂ ਕਾਕੇ ਨੇ ਆਣ ਬੂਹਾ ਖੋਲ੍ਹਿਆ। ਦਾਜੀ, ਕੁਲਫੀ ਖਾਣ ਜਾਣਾ ਜੇ? ਉਸਨੇ ਆਸ ਭਰਪੂਰ ਲਹਿਜੇ ਵਿੱਚ ਪੁੱਛਿਆ। ਉੱਤੇ ਚੱਲ ਉੱਤੇ, ਮੈਂ ਕਿਹਾ। ਕਾਕਾ ਨਿੰਮੋ ਝੋਣਾ ਜਿਹਾ ਹੋ ਕੇ ਅੱਗੇ ਲੱਗ ਤੁਰਿਆ। ਮੰਜੇ 'ਤੇ ਬੈਠ ਕੇ ਕਾਕੇ ਨੂੰ ਗੋਦੀ ਵਿੱਚ ਲੈ ਕੇ ਮੈਂ ਪਿਆਰ ਨਾਲ ਕਿਹਾ, ਹੁਣ ਰਾਤ ਪੈ ਗਈ ਹੈ, ਕੁਲਫੀ ਕੱਲ੍ਹ ਖਾਵਾਂਗੇ। ਮਾਮੂਲ ਤੋਂ ਉਲਟ ਕਾਕਾ ਚੁੱਪ ਕਰ ਰਿਹਾ। ਕਿੰਨਾ ਚਿਰ ਅਸਮਾਨ ਵੱਲ ਤੱਕ ਕੇ ਕੁਝ ਸੋਚਦਾ ਰਿਹਾ। ਫੇਰ ਆਖਣ ਲੱਗਾ, ਦਾਜੀ, ਤਾਰੇ ਪਈਏ ਹੁੰਦੇ ਨਾ। ਵੱਡਾ ਭਾ ਆਖਦਾ ਸੀ ਤਾਰੇ ਪਈਏ ਹੁੰਦੇ ਨੇ। ਤੇ ਦਾਜੀ, ਸਾਰੇ ਪਈਏ ਸਾਡੇ ਕੋਠੇ 'ਤੇ ਕਿਉਂ ਨਹੀਂ ਵਾਰ ਪੈਂਦੇ? ਰੁਪਈਏ ਮਤਲਬ ਕਿ ਇੱਥੇ ਰੁਪਈਏ, ਠੀਕ ਆ। ਮੈਂ ਇਹ ਆਖ ਕੇ ਤਾਰੇ ਰੁਪਈਏ ਨਹੀਂ ਹੁੰਦੇ ਮਾਨੋ ਉਸ ਦਾ ਸਵਰਗ ਢਾਹ ਛੱਡਿਆ। ਉਹ ਮੰਜੇ 'ਤੇ ਲੇਟ ਗਿਆ ਤੇ ਅਸਮਾਨ ਵੱਲ ਦੇਖਦਾ ਆਖਰ ਸੌਂ ਹੀ ਗਿਆ। ਦੂਸਰੇ ਦਿਨ ਕੰਮ 'ਤੇ ਮੈਂ ਆਪਣੇ ਸਾਥੀਆਂ ਤੋਂ ਕੁਝ ਮੰਗਣ ਦੀ ਕੋਸ਼ਿਸ਼ ਕਰਦਾ ਰਿਹਾ, ਪਰ ਮਤਲਬ ਇੱਥੇ ਹਿੰਮਤ ਹੀ ਨਹੀਂ ਸੀ ਉਹਦੀ ਹੋਈ ਕੁਝ ਮੰਗਣ ਦੀ, ਮਤਲਬ ਕਿ ਆਪਣੇ ਦੋਸਤਾਂ ਤੋਂ ਉਧਾਰ ਮੰਗਣਾ ਬਹੁਤ ਹੀ ਔਖਾ ਕੰਮ ਹੈ। ਮੌਤ ਜਿੰਨਾ ਦੁੱਖ ਹੁੰਦਾ ਹੈ ਮੰਗਣ ਵਿੱਚ। ਆਖਰ ਇੱਕ ਸਾਥੀ ਕੋਲੋਂ 3 ਰੁਪਏ ਲੈ ਹੀ ਲਏ। ਜਦ ਘਰ ਆਇਆ ਤਾਂ ਕਾਕਾ ਦੁਪਹਿਰ ਦੀ ਨੀਂਦ ਲੈ ਰਿਹਾ ਸੀ। ਰੋਟੀ ਖਵਾਉਂਦਿਆਂ ਸ਼੍ਰੀਮਤੀ ਜੀ ਨੇ 3 ਰੁਪਏ ਮੁੱਚ ਲਏ, ਮਤਲਬ ਕਿ ਫੜ ਲਏ। ਅੱਧ ਮਣ ਲੱਕੜੀਆਂ, ਸ਼ਾਮ ਦੀ ਸਬਜ਼ੀ, ਲੂਣ ਤੇਲ ਆਦਿ ਵਿੱਚ ਕਾਕੇ ਦੇ ਜਾਗਣ ਤੋਂ ਪਹਿਲਾਂ ਹੀ 3 ਰੁਪਏ ਮੁੱਕ ਗਏ। ਮੈਂ ਕਿਹਾ ਵੀ ਕਿ ਕਾਕੇ ਨੂੰ ਕੁਲਫੀ ਖਵਾਉਣੀ ਹੈ, ਪਰ ਉਹਨਾਂ ਕਹਿ ਛੱਡਿਆ, ਬੜਾ ਉਹਨੂੰ ਯਾਦ ਰਹਿਣਾ। ਮੈਂ ਟਕਾ ਦੇ ਛੱਡਾਂਗੀ ਮੁਰਮਰੇ ਲਈ। ਕਾਕੇ ਜਾਗਦਿਆਂ ਹੀ ਕੁਲਫੀ ਮੰਗੀ। ਚੀਕ ਚਿਹਾੜਾ ਪੈ ਗਿਆ। ਕੱਲ੍ਹ ਵਾਲਾ ਮੁਰਮਰੇ ਤੇ ਟਕਾ ਮਨਜ਼ੂਰ ਨਹੀਂ ਸੀ। ਆਖਰ ਸ਼ਾਮ ਨੂੰ ਕੁਲਫੀ ਖਵਾਉਣ ਦਾ ਵਾਅਦਾ ਕਰਕੇ ਛੁਟਕਾਰਾ ਪਾਇਆ ਤੇ ਕਾਕੇ ਨੇ ਟਕਾ ਮੇਰੇ ਕੋਲ ਜਮ੍ਹਾਂ ਕਰਵਾ ਦਿੱਤਾ। ਸ਼ਾਮ ਤੋਂ ਪਹਿਲਾਂ ਹੀ ਮੈਂ ਖੇਡਣ ਦਾ ਬਹਾਨਾ ਕਰਕੇ ਨਿਕਲ ਗਿਆ ਅਤੇ ਦੇਰ ਰਾਤ ਗੁਜ਼ਰੀ ਮੁੜਿਆ। ਕਾਕੇ ਨੂੰ ਸੁੱਤਾ ਦੇਖ ਕੇ ਮੇਰੇ ਸਾਹ ਵਿੱਚ ਸਾਹ ਆਇਆ। ਰੋਟੀ ਖਵਾਉਂਦਿਆਂ ਸ਼੍ਰੀਮਤੀ ਜੀ ਨੇ ਦੱਸਿਆ ਕਿ ਕਾਕਾ ਬੜਾ ਚਿਰ ਮੈਨੂੰ ਉਡੀਕਦਾ ਰਿਹਾ। ਮਤਲਬ ਕਿ ਉਹਦੀ ਵਾਈਫ, ਮਤਲਬ ਉਹਨਾਂ ਦੀ ਪਤਨੀ ਉਹਨੂੰ ਦੱਸ ਰਹੀ ਹੈ ਕਿ ਕਾਕਾ ਬੜਾ ਚਿਰ ਤੁਹਾਨੂੰ ਉਡੀਕਦਾ ਰਿਹਾ ਕਿ ਉਸਦੇ ਪਿਤਾ ਜੀ ਆਉਣਗੇ ਅਤੇ ਉਹਨਾਂ ਨਾਲ ਅਸੀਂ ਕੁਲਫੀ ਖਾਣ ਚੱਲਾਂਗੇ। ਪਰ ਇਸ ਤਰ੍ਹਾਂ ਨਹੀਂ ਹੋਇਆ। ਮਤਲਬ ਕਿ ਉਹਨਾਂ ਦੇ ਕਾਕੇ ਦਾ ਜਿਹੜਾ ਪਿਤਾ ਜੀ ਸੀ ਉਹ ਬਹੁਤ ਲੇਟ ਆਏ। ਮੈਂ ਕਾਕੇ ਦੇ ਨਾਲ ਲੰਮਾ ਪਿਆ, ਬੜਾ ਬੇਚੈਨ ਰਿਹਾ। ਨੀਂਦ ਆਉਂਦੀ ਹੀ ਨਹੀਂ ਸੀ, ਪਰ ਆਖਰ ਪਤਾ ਨਹੀਂ ਕਦੋਂ ਆ ਗਈ। ਨੀਂਦ ਤੇ ਆਖਦੇ ਨੇ ਸੂਲਾਂ 'ਤੇ ਵੀ ਆ ਜਾਂਦੀ ਹੈ। ਅੱਧੀ ਰਾਤ ਤੋਂ ਮਗਰੋਂ ਦਾ ਵੇਲਾ ਸੀ। ਕਾਕਾ ਕੁਝ ਸੁੱਤਾ ਬੇਚੈਨ ਜਾਪਦਾ ਸੀ। ਉਸ 2-3 ਵਾਰੀ ਢਿੱਡ ਵਿੱਚ ਲੱਤਾਂ ਮਾਰੀਆਂ ਸਨ। ਹੁਣ ਉਸ ਬਾਂਹ ਉਲਟਾ ਕੇ ਮੇਰੇ ਮੂੰਹ 'ਤੇ ਮਾਰੀ। ਜਾਗਿਆ ਤਾਂ ਮੈਂ ਅੱਗੇ ਵੀ ਹੋਇਆ ਸੀ, ਹੁਣ ਚੇਤਨ ਹੋ ਗਿਆ। ਕਾਕਾ ਕੁਝ ਬੁੜਬੁੜਾਇਆ। ਮੈਨੂੰ ਕੁਝ ਪਤਾ ਨਾ ਲੱਗਾ। ਫਿਰ ਉਹ ਉੱਚੀ ਬੁੜਬੁੜਾਇਆ, ਕੁਲਫੀ ਜੀ ਕੁਲਫੀ। ਮੈਂ ਬੇਬਲ ਉੱਠਿਆ। ਸਰਦਾਰ ਜੀ ਜਾਗਦੇ ਹੋ? ਸ਼੍ਰੀਮਤੀ ਨੇ ਆਖਿਆ ਤੇ ਇਹ ਜਾਣ ਕੇ ਮੈਂ ਜਾਗਦਾ ਹਾਂ ਉਸ ਜਾਰੀ ਰੱਖਿਆ, ਖਸਮਾਂ ਖਾਣਾ, ਸੁੱਤਾ ਪਿਆ ਵੀ ਕੁਲਫੀ ਮੰਗਦਾ ਹੈ। ਮੇਰੇ ਤੇ ਮਾਨੋ ਬਿਜਲੀ ਪੈ ਗਈ। ਮੈਂ ਚੁੱਪ ਰਿਹਾ ਤੇ ਕਾਕਾ ਵੀ ਚੁੱਪ ਹੋ ਗਿਆ। ਸਵੇਰੇ ਜਾਗ ਕੇ ਕਾਕੇ ਕੁਲਫੀ ਦੀ ਮੰਗ ਕੋਈ ਨਾ ਕੀਤੀ। ਮੇਰੇ ਕੰਮ ਤੋਂ ਮੁੜ ਕੇ ਆਉਂਦਿਆਂ ਵੀ ਉਸ ਮੇਥੋਂ ਕੁਝ ਨਾ ਮੰਗਿਆ। ਰੋਟੀ ਖਾ ਕੇ ਮੈਂ ਦੁਪਹਿਰ ਦੀ ਨੀਂਦ ਲੇਟ ਗਿਆ। ਉਸ ਚੁੱਭਣ ਵਾਲੀ ਸੱਫ ਉੱਤੇ ਅਤੇ
ਉਧਾਰ ਨਾ ਲੈਣ ਦੀ ਅਸਫਲਤਾ 'ਤੇ ਜੂਝਦਾ ਰਿਹਾ। ਫਿਰ ਮੈਨੂੰ ਨੀਂਦ ਆ ਗਈ। ਮੇਰੀ ਨੀਂਦ ਹਾਲੇ ਅਧਵੱਟੇ ਹੀ ਸੀ ਕਿ ਗਲੀ ਵਿੱਚ ਕਿਸੇ ਕੁਲਫੀ ਵਾਲੇ ਨੇ ਹੁੱਕਾ ਦਿੱਤਾ, ਠੰਡੀ ਠਾਰ ਕੁਲਫੀ, ਮਜ਼ੇਦਾਰ ਕੁਲਫੀ। ਮੈਂ ਜਾਗ ਪਿਆ। ਕਾਕਾ ਮੇਰੇ ਲਾਗੇ ਰਬੜ ਦੀ ਪਈ ਬੱਤਖ ਨਾਲ ਖੇਡ ਰਿਹਾ ਸੀ। ਦੂਸਰੀ ਆਵਾਜ਼ ਤੇ ਉਸਦੇ ਕੰਨ ਖੜੇ ਹੋ ਗਏ। ਬੱਤਖ ਨੂੰ ਸੁੱਟ ਕੇ ਉਹ ਖੜਾ ਹੋਇਆ। ਬੂਹੇ ਲਾਗੇ ਜਾ ਕੇ ਉਹ ਖੜਾ ਹੋ ਕੇ ਬਾਹਰ ਦੇਖਣ ਲੱਗ ਪਿਆ। ਮੈਂ ਸੋਚਿਆ ਹੁਣ ਮੈਨੂੰ ਜਗਾਉਣ ਆਵੇਗਾ, ਪਰ ਉਹ ਉੱਥੇ ਹੀ ਖੜੋਤਾ ਰਿਹਾ। ਫਿਰ ਉਹ ਬਾਹਰ ਤੁਰ ਗਿਆ। ਮੈਂ ਛੋਪਲੀ ਮਤਲਬ ਕਿ ਹੌਲੀ ਹੌਲੀ ਉਸਦੇ ਪਿੱਛੇ ਉੱਠ ਕੇ ਬੂਹੇ ਵਾਲੇ ਆ ਖਲੋਤਾ। ਕੁਲਫੀ ਵਾਲਾ ਸਾਹਮਣੇ ਸ਼ਾਹ ਜੀ ਦੇ ਲੜਕੇ ਨੂੰ ਕੁਲਫੀ ਕੱਢ ਕੇ ਦੇਣ ਦੇ ਆਹਰ ਵਿੱਚ ਸੀ। ਇਹ ਮੁੰਡਾ ਗਲੀ ਦਾ ਬੁੱਲੀ ਸੀ ਅਤੇ ਆਪਣੇ ਤੋਂ ਛੋਟੇ ਮੁੰਡਿਆਂ ਨੂੰ ਸਦਾ ਕੁੱਟਿਆ ਕਰਦਾ ਸੀ। ਇਹ ਕੋਈ 8 ਕੁ ਵਰ੍ਹਿਆਂ ਦਾ ਸੀ ਤੇ ਸਾਡੇ ਕਾਕੇ ਤੋਂ 3 ਕੁ ਸਾਲ ਵੱਡਾ ਸੀ। ਕਾਕਾ ਸਿਪਾਹੀਆਂ ਵਾਂਗ ਲੱਤਾਂ ਚੌੜੀਆਂ ਕਰਕੇ ਲੱਕ ਪਿੱਛੇ ਹੱਥ ਜੋੜੀ ਖੜਾ ਸੀ। ਕੁਲਫੀ ਵੱਲ ਉਹ ਗੌਰ ਨਾਲ ਦੇਖ ਰਿਹਾ ਸੀ, ਪਰ ਉਸ ਕੁਲਫੀ ਵਾਲੇ ਭਾਈ ਕੋਲੋਂ ਕੁਲਫੀ ਨਹੀਂ ਮੰਗੀ। ਜਿਉਂ ਹੀ ਕੁਲਫੀ ਵਾਲੇ ਨੇ ਸ਼ਾਹਾਂ ਦੇ ਮੁੰਡੇ ਦੇ ਹੱਥ 'ਤੇ ਕੁਲਫੀ ਦੀ ਪਲੇਟ ਰੱਖੀ, ਕਾਕਾ ਧੁੱਸ ਕੇ ਉਸਨੂੰ ਪੈ ਗਿਆ। ਮਤਲਬ ਕਿ ਜ਼ੋਰ ਨਾਲ ਅੱਗੇ ਵਧਿਆ। ਉਹ ਗਈ ਪਲੇਟ, ਉਹ ਗਈ ਕੁਲਫੀ, ਫਲੂਦਾ ਤੇ ਚਮਚਾ, ਤੇ ਮੋਰੀ ਵਿੱਚ ਡਿੱਗ ਪਿਆ ਸ਼ਾਹਾਂ ਦਾ ਮੁੰਡਾ। ਕਿਸੇ ਜੇਤੂ ਵਾਂਗ ਕਾਕਾ ਉਸਦੇ ਵੱਲ ਦੇਖਦਾ ਰਿਹਾ। ਸ਼ਾਹਾਂ ਦਾ ਮੁੰਡਾ ਗੁੱਸਾ ਖਾ ਕੇ ਉੱਠਿਆ। ਕੁਲਫੀ ਦਾ ਨੁਕਸਾਨ ਤੇ ਆਪਣੀ ਹੇਠੀ ਉਸਨੂੰ ਜਿਵੇਂ ਨਵਾਂ ਦੁੱਧ ਦੇ ਰਹੀ ਹੋਵੇ। ਜਿਉਂ ਹੀ ਉਹ ਉੱਠਿਆ, ਕਾਕੇ ਨੇ ਫਿਰ ਉਸਨੂੰ ਇੱਕ ਐਸੀ ਠੁੱਡ ਮਾਰੀ ਕਿ ਉਹ ਫਿਰ ਮੋਰੀ ਵਿੱਚ ਜਾ ਪਿਆ ਤੇ ਚੀਕਾਂ ਮਾਰਨ ਲੱਗ ਪਿਆ। ਕੁਲਫੀ ਵਾਲਾ ਕਾਕੇ ਨੂੰ ਚਪੇੜ ਲੈ ਕੇ ਪਿਆ। ਮੈਂ ਨੱਸ ਕੇ ਮਤਲਬ ਕਿ ਭੱਜ ਕੇ ਜਿਹੜੇ ਕਾਕੇ ਦਾ ਪਿਤਾ ਸੀ ਭੱਜ ਕੇ ਗਿਆ ਤੇ ਕਾਕੇ ਨੂੰ ਚੁੱਕ ਲਿਆਇਆ। ਕੁਲਫੀ ਵਾਲੇ ਨੇ ਸ਼ਾਹਾਂ ਦੇ ਮੁੰਡੇ ਨੂੰ ਉਠਾ ਲਿਆ। ਸ਼ਾਹਣੀ, ਜੋ ਕਿਸੇ ਦਾ ਕੋਈ ਉਲਾਂਭਾ ਨਹੀਂ ਸੀ ਸੁਣਦੀ, ਅੱਜ ਸਾਡੇ ਉਲਾਂਭਾ ਦੇਣ ਲਈ ਆਈ। ਕਾਕੇ ਦਾ ਸਰੀਰ ਭਖ ਰਿਹਾ ਸੀ। ਸ਼੍ਰੀਮਤੀ ਨੇ ਕਿਹਾ, ਆ ਖਸਮਾਂ ਨੂੰ ਖਾਣਿਆ, ਤੂੰ ਲੱਗਿਆ ਹੁਣੇ ਉਲਾਂਭੇ ਲਿਆਉਣ ਤੇ ਮਾਰਨ ਲਈ ਮਤਲਬ ਕਿ ਉਹਦੇ ਚਪੇੜ ਮਾਰਨ ਲਈ ਹੱਥ ਚੁੱਕਿਆ। ਉਸ ਤੋਂ ਬਾਅਦ ਕੀ ਕਹਿੰਦਾ ਉਹ ਕਾਕੇ ਦਾ ਪਿਓ ਕਹਿੰਦਾ, ਕੁਝ ਵੰਡ ਚੁਦੈਣੇ ਕਾਇਰ ਪਿਓ ਦੇ ਘਰ ਬਹਾਦਰ ਮੁੰਡਾ ਜੰਮਿਆ ਹੈ। ਠੀਕ ਹੈ, ਇਸ ਕਹਾਣੀ ਦਾ ਜਿਹੜਾ ਸਾਰ ਸੀਗਾ ਉਹ ਇਹ ਸੀਗਾ ਕਿ ਜਿਹੜਾ ਕਹਾਣੀ ਦੇ ਵਿੱਚ ਮਤਲਬ ਕਿ ਜਿਹੜਾ ਮੈਂ ਪਾਤਰ ਆ ਉਹ ਘੱਟ ਤਨਖਾਹ ਵਾਲਾ ਮੁਲਾਜ਼ਮ ਸੀ। ਠੀਕ ਹੈ, ਘੱਟ ਤਨਖਾਹ ਉਹਦੇ ਇੱਕ ਮੁੰਡੇ ਦੀ ਖੁਆਇਸ਼ ਸੀ ਕਿ ਉਹ ਕੁਲਫੀ ਖਾਣਾ ਚਾਹੁੰਦਾ ਹੈ, ਪਰ ਮਹੀਨੇ ਦਾ ਆਖਰੀ ਦਿਨ ਹੋਣ ਕਰਕੇ ਉਹ ਮਤਲਬ ਕਿ ਉਹਦੇ ਕੋਲ ਪੈਸੇ ਦੀ ਕਮੀ ਸੀ। ਠੀਕ ਹੈ, ਉਹ ਉਸਨੂੰ ਕੁਲਫੀ ਖਵਾ ਨਹੀਂ ਸੀ ਸਕਦਾ ਤੇ ਉਹਨੂੰ ਲਾਰੇ ਲਗਾਉਣ ਲੱਗ ਗਿਆ। ਠੀਕ ਹੈ, ਉਹ ਆਪਣੇ ਮਨ ਦੇ ਵਿੱਚ ਹੀ ਸੋਚਦਾ ਰਿਹਾ। ਮਤਲਬ ਕਿ ਉਹਦੇ ਵਿੱਚ ਮਨ ਦੇ ਵਿੱਚ ਇੰਨੀ ਬੇਬਸੀ ਹੋਈ ਕਿ ਉਹ ਆਪਣੇ ਆਪ ਨੂੰ ਅਸਫਲ ਪਿਓ ਮੰਨ ਰਿਹਾ ਸੀ, ਕਿਉਂਕਿ ਉਹ ਆਪਣੇ ਬੇਟੇ ਦੀ ਇੱਕ ਕੁਲਫੀ ਖਾਣ ਦੀ ਜਿਹੜੀ ਇੱਛਾ ਸੀ ਉਹਨੂੰ ਵੀ ਪੂਰੀ ਨਹੀਂ ਕਰ ਸਕਿਆ। ਅੰਤ ਵਿੱਚ ਕੀ ਹੁੰਦਾ ਵਾ, ਜਦੋਂ ਕੁਲਫੀ ਖਾ ਰਹੇ ਜਦੋਂ ਸ਼ਾਹਾਂ ਦਾ ਮੁੰਡਾ ਕੁਲਫੀ ਖਾਂਦਾ ਤਾਂ ਕਾਕਾ ਉਸਨੂੰ ਭੱਜ ਕੇ ਜਾ ਕੇ ਮਤਲਬ ਕਿ ਸੁੱਟਦਾ ਆ, ਠੁੱਡ ਮਾਰਦਾ ਆ ਤੇ ਉਹ ਮੋਰੀ ਵਿੱਚ ਜਾ ਕੇ ਸੁੱਟ ਦਿੰਦਾ ਹੈ। ਤੇ ਜਦੋਂ ਕਾਕੇ ਦੀ ਮਾਂ ਕਾਕੇ ਨੂੰ ਮਾਰਨ ਲੱਗਦੀ ਹੈ ਤਾਂ ਲੇਖਕ ਉਸਨੂੰ ਕਹਿੰਦਾ ਹੈ ਕਿ ਕੁਝ ਵੰਡ ਚੁਦੈਣੇ ਕਾਇਰ ਪਿਓ ਦੇ ਘਰ ਬਹਾਦਰ ਮੁੰਡਾ ਜੰਮਿਆ ਹੈ। ਮਤਲਬ ਕਿ ਉਸਦਾ ਪਿਓ ਸਾਰੀ ਉਮਰ ਕਾਇਰਤਾ ਦੇ ਵਿੱਚ ਹੀ ਰਿਹਾ, ਕਿਉਂਕਿ ਉਹ ਆਪਣੀਆਂ ਜ਼ਰੂਰਤਾਂ ਦੇ ਲਈ ਆਪਣੇ ਜਿਹੜਾ ਉਹਦਾ ਕੀ ਕਹਿੰਦੇ ਨੂੰ ਮਾਲਕ ਆ ਉਹਦੇ ਅੱਗੇ ਆਵਾਜ਼ ਹੀ ਨਹੀਂ ਉਠਾ ਸਕਿਆ ਕਿ ਮੇਰੀ ਤਨਖਾਹ ਵਧਾ ਦਿਓ। ਮਤਲਬ ਕਿ ਸਾਰੀ ਉਮਰ ਕਾਇਰਤਾ ਦੇ ਵਿੱਚ ਹੀ ਉਹਨੇ ਜਿਉਂਦਾ ਤੇ ਉਹਨੂੰ ਖੁਸ਼ੀ ਇਹ ਹੋਈ ਕਿ ਉਹਦਾ ਮੁੰਡਾ ਮੇਰੇ ਨਾਲੋਂ ਬਹਾਦਰ ਹੈ। ਠੀਕ ਹੈ, ਇਹਦਾ ਸਾਰ ਇਹ ਸੀ। ਠੀਕ ਹੈ, ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ, ਲਾਈਕ ਅਤੇ ਸ਼ੇਅਰ ਕਰਨਾ। ਥੈਂਕਸ।